स्टूडेंट्स अज आपां जिहड़ा हिस्टरी का चैप्टर 3 अपना गुरु नानक देव जी ਅਤੇ ਉਹਨਾਂ ਦੀਆਂ ਸਿੱਖਿਆਵਾਂ ਮੀਨਸ ਉਹਨਾਂ ਦੀਆਂ ਟੀਚਿੰਗਸ ਬਾਰੇ ਅੱਜ मैं ਤੁਹਾਨੂੰ ਦੱਸਣ ਜਾ ਰਹੀ ਹਾਂ। ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਹੈ ਉਹ ਕੱਤਕ ਮਹੀਨੇ ਦੀ ਜਿਹੜੀ ਪੂਰਨਮਾਸ਼ੀ ਸੀਗੀ ਉਹਨੂੰ 1469 ਈਸਵੀ ਦੇ ਵਿੱਚ ਹੋਇਆ ਸੀਗਾ ਜੀ। ਤੇ ਇਹਨਾਂ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਹੈ। ਉਹਨਾਂ ਦਾ ਜਨਮ ਸਥਾਨ ਲਾਹੌਰ ਤੋਂ ਲਗਭਗ 64 ਕਿਲੋਮੀਟਰ ਦੱਖਣ ਪੱਛਮ ਵੱਲ ਤਲਵੰਡੀ ਸਾਬੋ ਵਿਖੇ ਸੀ। ਗੁਰੂ ਜੀ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਸੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ। ਉਹਨਾਂ ਦੀ ਇੱਕ ਭੈਣ ਸੀ ਜਿਨ੍ਹਾਂ ਦਾ ਨਾਮ ਬੇਬੇ ਨਾਨਕੀ ਜੀ ਸੀ। ਬਾਲ ਅਵਸਥਾ ਤੇ ਜੇਕਰ ਇਹਨਾਂ ਦੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਨੂੰ 7 ਸਾਲਾਂ ਦੀ ਉਮਰ ਵਿੱਚ ਪੰਡਿਤ ਗੋਪਾਲ ਕੋਲ ਪਾਠਸ਼ਾਲਾ ਵਿੱਚ ਭੇਜਿਆ ਗਿਆ। ਇੱਥੇ ਉਹਨਾਂ ਨੇ ਜਿਹੜੀ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ। ਗੁਰੂ ਜੀ ਦੀਆਂ ਜਨਮ ਸਾਖੀਆਂ ਦੱਸਦੀਆਂ ਨੇ ਕਿ ਉਹਨਾਂ ਨੇ ਪੰਡਿਤ ਨੂੰ ਈਸ਼ਵਰ ਪ੍ਰਤੀ ਸਵਾਲ ਪੁੱਛ ਕੇ ਸੋਚਾਂ ਵਿੱਚ ਪਾ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਨੂੰ ਸੰਸਕ੍ਰਿਤ ਪੜ੍ਹਨ ਲਈ ਪੰਡਿਤ ਬ੍ਰਿਜ ਲਾਲ ਕੋਲ ਭੇਜਿਆ ਗਿਆ। ਸਿੱਖ ਰਵਾਇਤਾਂ ਅਨੁਸਾਰ ਬਾਲ ਗੁਰੂ ਨਾਨਕ ਦੇਵ ਜੀ ਨੂੰ ਫਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ। ਉਹ ਸ਼ੁਰੂ ਤੋਂ ਹੀ ਅਸਾਧਾਰਨ ਅਤੇ ਗੰਭੀਰ ਕਿਸਮ ਦੇ ਬਾਲਕ ਸੀਗੇ ਜੀ। ਉਹ ਦੂਜੇ ਬੱਚਿਆਂ ਵਾਂਗ ਖੇਡਣ ਕੁੱਦਣ ਵਿੱਚ ਘੱਟ ਹੀ ਰੁਚੀ ਰੱਖਦੇ ਸੀ। ਉਹਨਾਂ ਦਾ ਜਿਹੜਾ ਹੈਗਾ ਧਿਆਨ ਸ਼ੁਰੂ ਤੋਂ ਈਸ਼ਵਰ ਨਾਲ ਜੁੜਿਆ ਹੋਇਆ ਸੀ। ਫਿਰ ਆ ਗਈ ਜੀ ਜਨੇਊ ਦੀ ਰਸਮ। ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਮਾਪਿਆਂ ਨੇ ਉਹਨਾਂ ਨੂੰ ਪੁਰਾਤਨ ਜਿਹੜੇ ਰੀਤੀ ਰਿਵਾਜਾਂ ਅਨੁਸਾਰ ਜਨੇਊ ਦੀ ਰਸਮ ਕਰਕੇ ਜਨੇਊ ਪਵਾਉਣਾ ਚਾਹਿਆ। ਇਸ ਰਸਮ ਲਈ ਐਤਵਾਰ ਦਾ ਦਿਨ ਨਿਸ਼ਚਿਤ ਹੋਇਆ ਸੀ। ਇੱਕ ਵਿਸ਼ੇਸ਼ ਰਸਮ ਉੱਤੇ ਸਾਕ ਸੰਬੰਧੀਆਂ ਨੂੰ ਵੀ ਬੁਲਾਇਆ ਗਿਆ। ਮੁੱਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ ਜਾਂਦਾ ਹੈਗਾ ਜੀ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਸੂਤ ਦੇ ਧਾਗਿਆਂ ਨਾਲ ਨਹੀਂ ਸਗੋਂ ਸਦਗੁਣ ਦੇ ਧਾਗਿਆਂ ਨਾਲ ਜਨੇਊ ਦੇ ਬਣੇ ਦੀ ਮੰਗ ਕੀਤੀ ਕਿ ਮੈਨੂੰ ਤੂੰ ਸੂਤ ਦੇ ਧਾਗਿਆਂ ਦਾ ਬਣਿਆ ਜਨੇਊ ਨਹੀਂ ਸਗੋਂ ਸਦਗੁਣਾਂ ਦੇ ਜਿਹੜਾ ਧਾਗਿਆਂ ਦਾ ਬਣਿਆ ਹੋਇਆ ਜਨੇਊ ਹੈ ਤੂੰ ਮੈਨੂੰ ਉਹ ਦੇ। ਇਸ ਭਾਵਨਾ ਨੂੰ ਗੁਰੂ ਜੀ ਦੀ ਬਾਣੀ ਵਿੱਚ ਪ੍ਰਗਟ ਕੀਤਾ ਹੋਇਆ ਹੈ। ਦਇਆ ਕਪਾ ਸੰਤੋਖ ਸਤ ਜਤ ਗੰਢੀ ਸਤ ਸਬ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਪੰਨਾ ਨੰਬਰ 471 ਤੇ ਤੁਸੀਂ ਆਸਾ ਦੀ ਵਾਰ ਵਿੱਚ ਦੇਖ ਸਕਦੇ ਹੋ। ਉਸ ਤੋਂ ਬਾਅਦ ਜੀ ਗੁਰੂ ਨਾਨਕ ਦੇਵ ਜੀ ਦੇ ਭਿੰਨ ਕੀਤੇ ਕਿ ਕੀ ਉਹਨਾਂ ਨੇ ਕੰਮ ਕੀਤੇ। ਅਧਿਆਤਮਿਕ ਵਿੱਦਿਆ ਵਿੱਚ ਵੀ ਉਹਨਾਂ ਦੀ ਬੜੀ ਦਿਲਚਸਪੀ ਸੀਗੀ ਜੀ। ਤਲਵੰਡੀ ਦੇ ਨੇੜੇ ਜੰਗਲਾਂ ਵਿੱਚ ਆਮ ਕਰਕੇ ਪੀਰ ਫਕੀਰ ਨੇ ਜਿਹੜੇ ਆਉਂਦੇ ਰਹਿੰਦੇ ਸੀ, ਇਸ ਲਈ ਉਹਨਾਂ ਸੰਤ ਪੀਰਾਂ ਫਕੀਰਾਂ ਦੀ ਆਮਦ ਨੇ ਗੁਰੂ ਨਾਨਕ ਦੇਵ ਜੀ ਨੂੰ ਅਧਿਆਤਮਿਕ ਵਿੱਦਿਆ ਲੈਣ ਦਾ ਚੰਗਾ ਮੌਕਾ ਦਿੱਤਾ। ਗੁਰੂ ਜੀ ਉਹਨਾਂ ਸੰਤਾਂ ਪੀਰਾਂ ਫਕੀਰਾਂ ਦੀ ਸੰਗਤ ਕਰਦੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ, ਪਿੰਡ ਵਿੱਚ ਪੁੱਜ ਕੇ ਲੋਕਾਂ ਨੂੰ ਵੀ ਗਿਆਨ ਦਾ ਪ੍ਰਸ਼ਾਦ ਵੰਡਦੇ। ਪਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੂੰ ਇਹ ਸਭ ਕੁਝ ਓਪਰਾ ਲੱਗਦਾ ਸੀ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਸੰਸਾਰਕ ਕਾਰ ਵਿਹਾਰ ਵਿੱਚ ਅਣਗਹਿਲੀ ਦੇਖ ਕੇ ਕਾਲੂ ਜੀ ਜਿਹੜੇ ਉਹਨਾਂ ਦੇ ਮਹਿਤਾ ਕਾਲੂ ਜੀ ਨਿਰਾਸ਼ ਰਹਿਣ ਲੱਗੇ। ਆਖਰ ਨੂੰ ਗੁਰੂ ਜੀ ਦੀਆਂ ਰੁਚੀਆਂ ਵਿੱਚ ਤਬਦੀਲੀ ਲਿਆਉਣ ਲਈ ਉਹਨਾਂ ਨੇ ਉਹਨਾਂ ਨੂੰ ਘਰ ਦੀਆਂ ਮੱਝਾਂ ਚਰਾਉਣ ਦਾ ਕੰਮ ਸੀਗਾ ਜਿਹੜਾ ਸੰਭਾਲ ਦਿੱਤਾ। ਗੁਰੂ ਜੀ ਮੱਝਾਂ ਤਾਂ ਖੇਤਾਂ ਵੱਲ ਲੈ ਜਾਂਦੇ ਪਰ ਉਹਨਾਂ ਦਾ ਧਿਆਨ ਨਾ ਰੱਖਦੇ। ਉਹ ਆਪਣਾ ਧਿਆਨ ਪ੍ਰਭੂ ਵਿੱਚ ਹੀ ਲਾ ਲੈਂਦੇ। ਮੱਝਾਂ ਖੇਤਾਂ ਦਾ ਉਜਾੜਾ ਕਰ ਦਿੰਦੀਆਂ। ਮਹਿਤਾ ਕਾਲੂ ਜੀ ਨੂੰ ਉਲਾਂਭੇ ਆਉਂਦੇ ਰਹਿੰਦੇ। ਉਹਨਾਂ ਉਲਾਂਭਿਆਂ ਤੋਂ ਤੰਗ ਆ ਕੇ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਖੇਤੀ ਦਾ ਕੰਮ ਸੀਗਾ ਜਿਹੜਾ ਉਹ ਸੰਭਾਲ ਦਿੱਤਾ। ਫਿਰ ਉਹਨਾਂ ਨੇ ਖੇਤੀ ਦੇ ਕੰਮ ਵਿੱਚ ਵੀ ਦਿਲਚਸਪੀ ਨਹੀਂ ਲਈ। ਫਿਰ ਗੁਰੂ ਜੀ ਨੂੰ ਵਪਾਰ ਦਾ ਕੰਮ ਜਿਹੜਾ ਸੀਗਾ ਉਹ ਸੰਭਾਲਿਆ। ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਅਤੇ ਕਿਸੇ ਮੰਡੀ ਵਿੱਚ ਖਰਾ ਅਤੇ ਮੁਨਾਫੇ ਵਾਲਾ ਸੌਦਾ ਕਰਨ ਲਈ ਭੇਜਿਆ। ਛੋਟੀ ਉਮਰ ਹੋਣ ਕਰਕੇ ਉਹਨਾਂ ਦੇ ਨਾਲ ਭਾਈ ਬਾਲਾ ਜੀ ਨੂੰ ਵੀ ਭੇਜਿਆ ਗਿਆ। ਉਹਨਾਂ ਰਸਤੇ ਵਿੱਚ ਫਕੀਰਾਂ ਦਾ ਇੱਕ ਟੋਲਾ ਮਿਲਿਆ ਜੋ ਭੁੱਖਾ ਸੀਗਾ ਤੇ ਉਸ 20 ਰੁਪਏ ਦਾ ਰਾਸ਼ਨ ਲੈ ਕੇ ਉਹਨਾਂ ਨੇ ਉਸ ਫਕੀਰਾਂ ਨੂੰ ਰੋਟੀ ਖਵਾ ਦਿੱਤੀ। ਖਾਲੀ ਹੱਥ ਘਰ ਪਹੁੰਚੇ ਜਦੋਂ ਉਹ ਤਾਂ ਮਹਿਤਾ ਕਾਲੂ ਜੀ ਬਹੁਤ ਦੁਖੀ ਹੋਏ। ਜਦੋਂ ਉਹਨਾਂ ਨੇ 20 ਰੁਪਏ ਦਾ ਹਿਸਾਬ ਮੰਗਿਆ ਤਾਂ ਗੁਰੂ ਜੀ ਨੇ ਸੱਚੋ ਸੱਚ ਦੱਸ ਦਿੱਤਾ ਤੇ ਇਸ ਘਟਨਾ ਨੂੰ ਆਪਾਂ ਸਭ ਜਾਣਦੇ ਹਾਂ ਕਿ ਸੱਚੇ ਸੌਦੇ ਦਾ ਨਾਮ ਦਿੱਤਾ ਜਾਂਦਾ। ਗੁਰੂ ਨਾਨਕ ਦੇਵ ਜੀ ਦਾ ਵਿਆਹ ਜਦੋਂ ਉਹਨਾਂ ਨੇ ਭਗਤੀ ਵਿੱਚ ਲੀਨ ਰਹਿੰਦੇ ਸੀ ਪਰਮਾਤਮਾ ਦੀ ਤਾਂ ਉਹਨਾਂ ਦਾ ਮਨ ਬਦਲਣ ਲਈ ਮਹਿਤਾ ਕਾਲੂ ਜੀ ਨੇ ਉਹਨਾਂ ਦਾ ਵਿਆਹ ਕਰਨ ਦੀ ਜਿਹੜੀ ਸੀਗੀ ਮਨ ਬਣਾ ਲਿਆ। 14 ਸਾਲਾਂ ਦੀ ਉਮਰ ਵਿੱਚ ਉਹਨਾਂ ਦੀ ਮੰਗਣੀ ਬਟਾਲਾ ਦੇ ਨਿਵਾਸੀ ਮੂਲ ਰਾਜ ਦੀ ਬੇਟੀ ਬੀਬੀ ਸੁਲੱਖਣੀ ਨਾਲ ਕਰ ਦਿੱਤੀ। ਥੋੜ੍ਹੇ ਹੀ ਦੇਰ ਬਾਅਦ ਸਾਲ ਕੁ ਮਗਰੋਂ ਉਹਨਾਂ ਦਾ ਵਿਆਹ ਵੀ ਕਰ ਦਿੱਤਾ ਗਿਆ, ਜਿਸ ਤੋਂ ਉਹਨਾਂ ਦੇ 2 ਪੁੱਤਰ ਸ਼੍ਰੀ ਚੰਦ ਅਤੇ ਲਖਮੀ ਚੰਦ ਜੀ ਦਾ ਜਨਮ ਹੋਇਆ। ਤੇ ਗੁਰੂ ਜੀ ਜਿਹੜੀ ਸੀਗੇ ਗ੍ਰਸਤੀ ਜੀਵਨ ਵਿੱਚ ਪੈ ਕੇ ਵੀ ਉਹਨਾਂ ਦਾ ਰੁਚੀ
ਮਤਲਬ ਉਹਨਾਂ ਦੇ ਵਿੱਚ ਨਹੀਂ ਸੀਗੀ ਅਤੇ ਪਰ ਉਹ ਆਪਣੇ ਰੱਬੀ ਰਸਤੇ ਤੋਂ, ਪ੍ਰਭੂ ਦੇ ਰਸਤੇ ਤੋਂ ਉਹਨਾਂ ਨੇ ਸਾਥ ਉਹਨਾਂ ਦਾ ਨਹੀਂ ਛੱਡਿਆ। ਉੱਥੇ ਹੀ ਉਹ ਲੀਨ ਰਹਿੰਦੇ ਸੀ। ਉਹ ਹਮੇਸ਼ਾ ਸਵੇਰੇ ਉੱਠਦੇ ਅਤੇ ਉਹ ਨਾਮ ਜਪਦੇ ਪ੍ਰਭੂ ਦਾ, ਅਤੇ ਸਾਧੂ ਸੰਤਾਂ ਦੀ ਜਿਹੜੀ ਸੰਗਤ ਸੀਗੀ ਉਹ ਕਰਦੇ ਸੀ। ਸੁਲਤਾਨਪੁਰ ਲੋਧੀ ਵਿੱਚ ਫਿਰ ਉਹਨਾਂ ਦੀ ਨੌਕਰੀ ਦੀ ਜੇਕਰ ਗੱਲ ਕਰੀਏ ਤਾਂ ਸਥਾਨ ਬਦਲਣ ਲਈ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਮਹਿਤਾ ਕਾਲੂ ਜੀ ਨੇ 1486-87 ਵਿੱਚ ਸੁਲਤਾਨਪੁਰ ਲੋਧੀ ਵਿਖੇ ਭੇਜ ਦਿੱਤਾ। ਗੁਰੂ ਜੀ ਉੱਥੇ ਆਪਣੇ ਭਣੋਈਏ ਜੈ ਰਾਮ ਕੋਲ ਰਹਿਣ ਲੱਗੇ। ਗੁਰੂ ਜੀ ਨੂੰ ਫਾਰਸੀ ਅਤੇ ਗਣਿਤ ਦਾ ਗਿਆਨ ਤਾਂ ਹੈ ਹੀ ਸੀ, ਇਸ ਲਈ ਜੈ ਰਾਮ ਦੀ ਸਿਫਾਰਿਸ਼ 'ਤੇ ਸੁਲਤਾਨਪੁਰ ਲੋਧੀ ਦੇ ਫੌਜਦਾਰ ਦੌਲਤ ਖਾਂ ਨੇ ਗੁਰੂ ਜੀ ਨੂੰ ਸਰਕਾਰੀ ਮੋਦੀਖਾਨੇ ਵਿੱਚ ਭੰਡਾਰੀ ਦੀ ਨੌਕਰੀ ਦੇ ਦਿੱਤੀ। ਉਹਨਾਂ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕੀਤਾ। ਫਿਰ ਵੀ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ। ਜਦ ਮੋਦੀਖਾਨੇ ਦੀ ਜਾਂਚ ਕੀਤੀ ਗਈ ਤਾਂ ਹਿਸਾਬ ਕਿਤਾਬ ਸੀਗਾ ਜਿਹੜਾ ਠੀਕ ਨਿਕਲਿਆ। ਗੁਰੂ ਨਾਨਕ ਦੇਵ ਜੀ ਨੇ ਉੱਥੇ ਆਪਣੀ ਪਤਨੀ ਬੀਬੀ ਸੁਲੱਖਣੀ ਨੂੰ ਵੀ ਬੁਲਾ ਲਿਆ। ਉਹ ਉੱਥੇ ਸਾਦਾ ਪਵਿੱਤਰ ਗ੍ਰਹਿਸਥੀ ਜੀਵਨ ਬਤੀਤ ਕਰਨ ਲੱਗੇ। ਉਹ ਸਵੇਰੇ ਸ਼ਹਿਰ ਦੇ ਨਾਲ ਵਗਦੀ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਦੇ, ਪ੍ਰਭੂ ਦਾ ਨਾਮ ਸਿਮਰਦੇ ਅਤੇ ਆਪਣੀ ਆਮਦਨ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਾਨ ਕਰ ਦਿੰਦੇ। ਫਿਰ ਆ ਗਿਆ ਜੀ ਗਿਆਨ ਪ੍ਰਾਪਤੀ, ਐਨਲਾਈਟਨਮੈਂਟ। ਠੀਕ ਹੈ ਜੀ। ਤਾਂ 1499 ਵਿੱਚ ਜਿਹੜੀ ਹੈਗੀ ਹੈ ਗੁਰੂ ਜੀ ਨੂੰ ਮੰਨਿਆ ਜਾਂਦਾ ਕਿ ਗਿਆਨ ਦੀ ਪ੍ਰਾਪਤੀ ਹੋਈ। ਗਿਆਨ ਪ੍ਰਾਪਤੀ ਕਿਸ ਤਰ੍ਹਾਂ ਹੋਈ ਉਹਨਾਂ ਨੂੰ? ਜਨਮ ਸਾਖੀਆਂ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਹਰ ਰੋਜ਼ ਵੇਈ ਨਦੀ 'ਤੇ ਇਸ਼ਨਾਨ ਕਰਨ ਲੱਗੇ। ਉਹ 3 ਦਿਨ ਘਰ ਜਦੋਂ ਵਾਪਸ ਨਾ ਮੁੜੇ ਤਾਂ ਇਸ ਕਰਕੇ ਸੁਲਤਾਨਪੁਰ ਲੋਧੀ ਵਿਖੇ ਨਾਨਕ ਜੀ ਦੇ ਵੇਈ ਨਦੀ ਵਿੱਚ ਡੁੱਬ ਜਾਣ ਦੀ ਖਬਰ ਉੱਡ ਗਈ। ਨਾਨਕ ਜੀ ਦੇ ਸਾਕ ਸੰਬੰਧੀ ਅਤੇ ਹੋਰ ਸੱਜਣ ਫਿਕਰ ਵਿੱਚ ਡੁੱਬ ਗਏ। ਲੋਕ ਭਾਂਤ ਭਾਂਤ ਦੀਆਂ ਗੱਲਾਂ ਵੀ ਬਣਾਉਣ ਲੱਗੇ। ਨਾਨਕ ਜੀ ਨੂੰ 3 ਦਿਨ ਬਾਅਦ ਵਿਸਮਾਦ ਅਵਸਥਾ ਵਿੱਚ ਰਹਿ ਕੇ ਗਿਆਨ ਦੀ ਪ੍ਰਾਪਤੀ ਹੋਈ। ਵਿਸਮਾਤ ਅਵਸਥਾ ਹੁੰਦੀ ਹੈ ਜੀ ਸਮਾਧੀ ਦੀ ਅਵਸਥਾ। ਗਿਆਨ ਪ੍ਰਾਪਤੀ ਪਿੱਛੋਂ ਜਦ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿੱਚ ਵਾਪਸ ਪਹੁੰਚੇ ਤਾਂ ਉਹ ਚੁੱਪ ਸੀਗੇ। ਜਦ ਉਹਨਾਂ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਤਾਂ ਉਹਨਾਂ ਨੇ ਕੇਵਲ ਇਹੀ ਕਿਹਾ, ਨਾ ਕੋਈ ਹਿੰਦੂ ਅਤੇ ਨਾ ਕੋਈ ਮੁਸਲਮਾਨ। ਗੁਰੂ ਨਾਨਕ ਦੇਵ ਜੀ ਦੀਆਂ ਫਿਰ ਆ ਗਈਆਂ ਜੀ ਉਦਾਸੀਆਂ, ਮਤਲਬ ਯਾਤਰਾਵਾਂ। ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਗੁਰੂ ਨਾਨਕ ਦੇਵ ਜੀ ਦੀਆਂ 4 ਉਦਾਸੀਆਂ ਸੀਗੀਆਂ। ਪਹਿਲੀ ਉਦਾਸੀ ਉਹਨਾਂ ਨੇ ਲਗਭਗ 1500 ਈਸਵੀ ਵਿੱਚ ਆਰੰਭ ਹੋਈ, ਜਿਸ ਵਿੱਚ ਉਹ ਭਾਰਤ ਦੇ ਪੂਰਬੀ ਅਤੇ ਦੱਖਣੀ ਇਲਾਕਿਆਂ ਵਿੱਚ ਗਏ। ਇਸ ਉਦਾਸੀ ਸਮੇਂ ਭਾਈ ਮਰਦਾਨਾ ਉਹਨਾਂ ਦਾ ਸਾਥੀ ਸੀ। ਗੁਰੂ ਜੀ ਦਾ ਰਬਾਬੀ ਵੀ ਸੀ ਇੱਕ। ਅਤੇ ਉਹ ਇਸ ਉਦਾਸੀ ਦੌਰਾਨ ਉਹ ਹੇਠ ਲਿਖੇ ਸਥਾਨਾਂ 'ਤੇ ਗਏ। ਪਹਿਲਾਂ ਸੁਲਤਾਨਪੁਰ ਤੋਂ ਲੋਧੀ ਚੱਲ ਕੇ ਸਭ ਤੋਂ ਪਹਿਲਾਂ ਸੱਯਦਪੁਰ ਗਏ। ਸੱਯਦਪੁਰ ਤੋਂ ਗੁਰੂ ਜੀ ਤੁਲੰਬਾ ਵਿਖੇ ਪੁੱਜੇ। ਤੁਲੰਬਾ ਤੋਂ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਪੁੱਜੇ। ਕੁਰੂਕਸ਼ੇਤਰ ਤੋਂ ਗੁਰੂ ਜੀ ਪਾਣੀਪਤ ਗਏ। ਹਰਿਦੁਆਰ ਤੋਂ ਫਿਰ ਗੁਰੂ ਜੀ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ ਆਦਿ ਥਾਵਾਂ 'ਤੇ ਹੁੰਦੇ ਹੋਏ ਗੋਰਖਮੱਥਾ ਪੁੱਜੇ। ਗੋਰਖਮੱਥਾ ਤੋਂ ਗੁਰੂ ਨਾਨਕ ਦੇਵ ਜੀ ਬਨਾਰਸ ਗਏ। ਬਨਾਰਸ ਤੋਂ ਚੱਲ ਕੇ ਗੁਰੂ ਜੀ ਬੁੱਧ ਧਰਮ ਦੇ ਪ੍ਰਸਿੱਧ ਤੀਰਥ ਸਥਾਨ ਗਿਆ ਪੁੱਜੇ। ਇੱਥੇ ਉਹਨਾਂ ਨੇ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕਰਕੇ ਬਹੁਤ ਸਾਰੇ ਲੋਕਾਂ ਨੂੰ ਸ਼ਰਧਾਲੂ ਬਣਾ ਲਿਆ। ਇੱਥੋਂ ਉਹ ਪਟਨਾ ਅਤੇ ਹਾਜ਼ੀਪੁਰ ਵੀ ਗਏ ਅਤੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ। ਗੁਰੂ ਨਾਨਕ ਦੇਵ ਜੀ ਬਿਹਾਰ ਅਤੇ ਬੰਗਾਲ ਹੁੰਦੇ ਹੋਏ ਅਸਾਮ ਪਹੁੰਚੇ। ਧੁਬਰੀ ਦੇ ਸਥਾਨ ਉੱਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੰਤ ਸ਼ੰਕਰ ਦੇਵ ਨਾਲ ਵੀ ਹੋਈ। ਕਾਮਰੂਪ ਵਿੱਚ ਇੱਥੇ ਗੁਰੂ ਨਾਨਕ ਦੇਵ ਜੀ ਨੇ ਨੂਰ ਸ਼ਾਹ ਨਾਂ ਦੀ ਇੱਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ਕਿ ਸੱਚੀ ਸੁੰਦਰਤਾ ਉੱਚੇ ਚਰਿੱਤਰ ਵਿੱਚ ਹੀ ਹੈ। ਗੁਰੂ ਨਾਨਕ ਦੇਵ ਜੀ ਦੀ ਗੁਹਾਟੀ ਅਤੇ ਸ਼ਿਲਾਂਗ ਹੁੰਦੇ ਹੋਏ ਜਿਹੜਾ ਹੈਗਾ ਉਹ ਸਿਲਹੱਟ ਪੁੱਜੇ। ਇੱਥੇ ਉਹਨਾਂ ਦਾ ਜਿਹੜਾ ਮੇਲ ਸੀਗਾ ਉਹ ਸੰਤ ਸ਼ੇਖ ਜਲਾਲ ਨਾਲ ਹੋਇਆ। ਉਹ ਵੀ ਗੁਰੂ ਜੀ ਦੇ ਪ੍ਰਵਚਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਫਿਰ ਗੁਰੂ ਜੀ ਢਾਕਾ ਗਏ। ਢਾਕੇ ਤੋਂ ਹੁੰਦੇ ਹੋਏ ਕੱਟਕ ਪਹੁੰਚ ਗਏ। ਫਿਰ ਉਸ ਤੋਂ ਬਾਅਦ ਕੱਟਕ ਪਹੁੰਚੇ ਅਤੇ ਗੁਰੂ ਜੀ ਫਿਰ ਉੜੀਸਾ ਵਿੱਚ ਜਗਨਨਾਥਪੁਰੀ ਗਏ। ਪੁਰੀ ਦੇ ਮੰਦਰ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਨੂੰ ਦੀ ਮੂਰਤੀ ਪੂਜਾ ਅਤੇ ਆਰਤੀ ਕਰਦੇ ਹੋਏ ਦੇਖਿਆ। ਉੱਥੇ ਗੁਰੂ ਜੀ ਨੇ ਉਦੇਸ਼ ਦਿੱਤਾ ਕਿ ਮੂਰਤੀ ਪੂਜਾ ਵਿਅਰਥ ਹੈ। ਈਸ਼ਵਰ ਸਰਬ ਵਿਆਪਕ ਹੈ, ਹਰ ਥਾਂ ਮੌਜੂਦ ਹੈ। ਕੁਦਰਤ ਵੱਲੋਂ ਉਸ ਦੀ ਹਰ ਸਮੇਂ ਆਰਤੀ ਹੁੰਦੀ ਰਹਿੰਦੀ ਹੈ। ਪੁਰੀ ਤੋਂ ਗੁਰੂ ਨਾਨਕ ਦੇਵ ਜੀ ਦੱਖਣ ਵੱਲ ਚਾਲੇ ਪਾਏ। ਉਹਨਾਂ ਨੇ ਸ਼੍ਰੀਲੰਕਾ ਤੋਂ ਵਾਪਸ ਮੁੜਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਦਿਨ ਪਨਾਰ, ਬਿਦਰ, ਉਜੈਨ, ਅਜਮੇਰ, ਮਥੁਰਾ, ਰਿਵਾੜੀ, ਤਖਤੂਪੁਰਾ, ਹਿਸਾਰ ਹੁੰਦੇ ਹੋਏ ਪਾਕਪਟਨ ਵਿੱਚ ਪੁੱਜੇ। ਉੱਥੇ ਉਹ ਸੂਫੀ ਸੰਤ ਗੁਰੂ ਜੀ ਦੇ ਵਿਚਾਰ ਸੁਣ ਕੇ ਉੱਥੇ ਬਹੁਤ ਪ੍ਰਭਾਵਿਤ ਹੋਏ। ਸ਼ੇਖ ਇਬਰਾਹਿਮ ਅਤੇ ਸ਼ੇਖ ਬ੍ਰਹਮ। ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਗੁਰੂ ਜੀ ਸੁਲਤਾਨਪੁਰ ਲੋਧੀ ਵਾਪਸ ਆ ਗਏ।
ਫਿਰ ਆ ਗਈ ਜੀ ਉਹਨਾਂ ਦੀ ਦੂਜੀ ਉਦਾਸੀ। ਕੁਝ ਸਮਾਂ ਆਪਣੇ ਪਰਿਵਾਰ ਵਿੱਚ ਠਹਿਰਨ ਤੋਂ ਬਾਅਦ 1514 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਸਰੀ ਉਦਾਸੀ ਆਰੰਭ ਕੀਤੀ। ਇਸ ਵਾਰ ਉਹ ਉੱਤਰ ਵੱਲ ਗਏ। ਇਸ ਯਾਤਰਾ ਵਿੱਚ ਉਹਨਾਂ ਦਾ ਸਾਥ ਹਸੂ ਨਾਂ ਦੇ ਇੱਕ ਲੁਹਾਰ ਅਤੇ ਸੀਹਾ ਨਾਂ ਦੇ ਇੱਕ ਛੀਂਬੇ ਨੇ ਦਿੱਤਾ। ਇਸ ਦੌਰਾਨ ਗੁਰੂ ਜੀ ਹੇਠ ਲਿਖੇ ਸਥਾਨਾਂ 'ਤੇ ਗਏ: ਜਲੰਧਰ, ਹੁਸ਼ਿਆਰਪੁਰ, ਸਪੀਤੀ ਘਾਟੀ, ਕੈਲਾਸ਼ ਪਰਬਤ, ਸਕਾਰਦੂ, ਕਸ਼ਮੀਰ, ਜੇਹਲਮ। ਅਤੇ ਉਸ ਤੋਂ ਬਾਅਦ ਜੇਹਲਮ ਅਤੇ ਚਨਾਬ ਦੀਆਂ ਨਦੀਆਂ ਪਾਰ ਕਰਨ ਤੋਂ ਮਗਰੋਂ ਗੁਰੂ ਜੀ ਸਿਆਲਕੋਟ ਪੁੱਜੇ। ਉੱਥੇ ਵੀ ਉਹਨਾਂ ਨੇ ਆਪਣੀਆਂ ਸਿੱਖਿਆਵਾਂ ਜਿਹੜੀਆਂ ਆਪਣੇ ਸ਼ਰਧਾਲੂਆਂ ਨੂੰ ਪ੍ਰਭਾਵਿਤ ਕੀਤਾ। ਉੱਥੋਂ ਉਹ ਆਪਣੇ ਨਿਵਾਸ ਸਥਾਨ ਕਰਤਾਰਪੁਰ ਚਲੇ ਗਏ। ਤੀਜੀ ਉਦਾਸੀ 1517 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਕੀਤੀ ਜੀ। ਇਸ ਵਾਰ ਉਹ ਇੱਕ ਮੁਸਲਮਾਨ ਹਾਜੀ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਉਹਨਾਂ ਨੇ। ਇਸ ਉਦਾਸੀ ਦੌਰਾਨ ਉਹ ਪੱਛਮੀ ਏਸ਼ੀਆ ਵੱਲ ਗਏ। ਮਰਦਾਨਾ ਉਹਨਾਂ ਦੇ ਨਾਲ ਸੀ। ਇਸ ਜਿਹੜਾ ਉਦਾਸੀ ਦਾ ਆਰੰਭ ਗੁਰੂ ਜੀ ਨੇ ਪਾਕਪਟਨ ਤੋਂ ਕੀਤਾ। ਸ਼ੇਖ ਬ੍ਰਹਮ ਨੂੰ ਮਿਲਣ ਉਪਰੰਤ ਉਹ ਮੁਲਤਾਨ ਪੁੱਜੇ। ਉੱਥੇ ਇਹਨਾਂ ਦੀ ਮੁਲਾਕਾਤ ਸੂਫੀ ਸੰਤ ਸ਼ੇਖ ਬਹਾਉਦੀਨ ਨਾਲ ਹੋਈ, ਜੋ ਗੁਰੂ ਜੀ ਦੇ ਵਿਚਾਰਾਂ ਤੋਂ ਬੜਾ ਹੀ ਪ੍ਰਭਾਵਿਤ ਹੋਇਆ। ਫਿਰ ਮੱਕਾ, ਮਦੀਨਾ, ਬਗਦਾਦ, ਕਾਬਲ ਵੀ ਗਏ ਗੁਰੂ ਜੀ। ਫਿਰ 1521 ਈਸਵੀ ਵਿੱਚ ਗੁਰੂ ਜੀ ਨੇ ਆਪਣੀ ਅੰਤਲੀ ਉਦਾਸੀ ਸੰਪੂਰਨ ਕੀਤੀ। ਇਸ ਪਿੱਛੋਂ ਉਹ ਪੰਜਾਬ ਵਿੱਚ ਕਰਤਾਰਪੁਰ ਦੇ ਨੇੜੇ ਨੇੜੇ ਯਾਤਰਾਵਾਂ ਕਰਦੇ ਰਹੇ। ਉਹਨਾਂ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਕਰਤਾਰਪੁਰ ਵਿੱਚ ਆਪਣੇ ਪਰਿਵਾਰ ਨਾਲ ਇੱਕ ਆਦਰਸ਼ ਗ੍ਰਹਿਸਤੀ ਦੇ ਰੂਪ ਵਿੱਚ ਜਿਹੜੇ ਸੀਗੇ ਉਹ ਬਿਤਾਏ ਸੀ। ਚੌਥੀ ਉਦਾਸੀ ਸੀਗੀ ਜਿਹੜੀ ਕਰਤਾਰਪੁਰ ਵਿੱਚ 1522 ਤੋਂ 39 ਤੱਕ ਈਸਵੀ ਤੱਕ ਕੀਤੀ ਉਹਨਾਂ ਨੇ। ਇਸ ਵਿੱਚ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਆ ਵਸੇ। ਉਹ ਆਪਣੇ ਅੰਤਲੇ ਸਮੇਂ ਵਿੱਚ ਉੱਥੇ ਹੀ ਰਹੇ। ਇਸ ਕਾਲ ਵਿੱਚ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ। ਉਹਨਾਂ ਨੇ ਉੱਥੇ ਹੀ ਵਾਰ ਮਲਾਰ, ਵਾਰ ਮਾਝ, ਵਾਰ ਆਸਾਂ, ਜਪਜੀ, ਓਂਕਾਰ, ਪੱਟੀ, ਥਿੱਤ, 12 ਆਦਿ ਬਾਣੀਆਂ ਦੀ ਰਚਨਾ ਕੀਤੀ। ਗੁਰੂ ਸਾਹਿਬ ਨੇ ਉੱਥੇ ਸੰਗਤ ਅਤੇ ਪੰਗਤ ਦੀ ਨੀਂਹ ਰੱਖੀ, ਜਿਸ ਨਾਲ ਮਨੁੱਖ ਜਾਤੀ ਅਤੇ ਊਚ ਨੀਚ ਦਾ ਫਰਕ ਹੈ ਜਿਹੜਾ ਉਹ ਉਹਨਾਂ ਵਿੱਚ ਮਿਟ ਗਿਆ। ਫਿਰ ਗੁਰੂ ਸਾਹਿਬ ਨੇ ਇਹਨਾਂ ਵਰ੍ਹਿਆਂ ਵਿੱਚ ਆਦਰਸ਼ ਗ੍ਰਹਿਸਤੀ ਦਾ ਜੀਵਨ ਇੱਕ ਬਤੀਤ ਕੀਤਾ। ਜਦੋਂ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਹੁਣ ਅੰਤਲਾ ਸਮਾਂ ਹੈ ਜਿਹੜਾ ਉਹ ਨੇੜੇ ਆ ਗਿਆ, ਤਾਂ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਸਭ ਤੋਂ ਯੋਗ ਸਮਝਦਿਆਂ ਹੋਇਆਂ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਤਾ। ਅਤੇ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ। ਉਸ ਵੇਲੇ ਉਹ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਇੱਕੋ ਜਿਹੇ ਹਰਮਨ ਪਿਆਰੇ ਸਨ। ਉਹਨਾਂ ਨੂੰ ਹੁਣ ਤੱਕ ਗੁਰੂ ਨਾਨਕ ਸ਼ਾਹ ਫਕੀਰ, ਗੁਰੂ ਕਾ ਹਿੰਦ ਕਾ ਗੁਰੂ, ਮੁਸਲਮਾਨ ਕਾ ਪੀਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਫਿਰ ਆ ਗਿਆ ਜੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ। ਉਹਨਾਂ ਬਾਰੇ ਆਪਾਂ ਨੂੰ ਪਤਾ ਹੀ, ਉਹ ਕਹਿੰਦੇ ਸੀ ਉਹਨਾਂ ਦੇ ਪਰਮਾਤਮਾ ਬਾਰੇ ਇਹ ਵਿਚਾਰ ਸੀਗੇ ਕਿ ਅਟੱਲ ਵਿਸ਼ਵਾਸ ਉਹਨਾਂ ਦਾ ਸੀਗਾ। ਏਕ ਓਮਕਾਰ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ, ਗੁਰ ਪ੍ਰਸਾਦ ਦਾ ਵਿੱਚ ਪਰਮਾਤਮਾ ਸੰਬੰਧੀ ਉਹਨਾਂ ਦੇ ਵਿਚਾਰਾਂ ਦਾ ਸਾਰ ਮਿਲਦਾ ਹੈ। ਉਹਦੇ ਵਿੱਚ ਇਹ ਹੈ ਕਿ ਏਕ ਓਮਕਾਰ ਸਤਨਾਮ ਦਾ ਮਤਲਬ ਹੈ ਕਿ ਪਰਮਾਤਮਾ ਇੱਕ ਹੈ। ਫਿਰ ਆ ਜਾਂਦਾ ਜੀ ਪਰਮਾਤਮਾ ਸਰਬ ਸ਼ਕਤੀਮਾਨ ਅਤੇ ਸਰਬ ਵਿਆਪਕ ਹੈ, ਜਿਹਦਾ ਕਰਤਾ ਪੁਰਖ। ਫਿਰ ਆ ਜਾਂਦਾ ਜੀ ਨਿਰਭਉ, ਪਰਮਾਤਮਾ ਮਹਾਨ ਅਤੇ ਸਰਵਉੱਚ ਹੈ। ਨਿਰਵੈਰ, ਨਿਰੰਕਾਰ ਹੈ, ਦਿਆਲੂ ਹੈ। ਪਰਮਾਤਮਾ ਦਾ ਹੁਕਮ ਦਾ ਮਹੱਤਵ ਕੀ ਹੈ ਜੀ? ਉਹਨਾਂ ਦਾ ਨਾਮ ਜਪਣਾ, ਆਤਮ ਸਮਰਪਣ ਅਤੇ ਹਉਮੈ ਦਾ ਤਿਆਗ ਕਰਨਾ। ਗੁਰੂ ਦੀ ਲੋੜ ਕੀ ਹੈ ਜੀ? ਗੁਰੂ ਦੀ ਲੋੜ ਮਤਲਬ ਕਿ ਗੁਰੂ ਜੀ ਨੇ ਦੇ ਵਿਚਾਰ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਸਹਾਇਤਾ ਬਿਨਾਂ ਸੰਭਵ ਹੈ। ਗੁਰੂ ਤੋਂ ਬਿਨਾਂ ਘੁੱਪ ਹਨੇਰਾ ਅਤੇ ਗੁਰੂ ਦੀ ਇੱਕ ਬੇੜੀ ਦੇ ਸਮਾਨ ਹੈ, ਜਿਸ ਰਾਹੀਂ ਬੰਦਾ ਆਪਣੀ ਮੰਜ਼ਿਲ 'ਤੇ ਪੁੱਜਦਾ ਹੈ। ਕਰਮ ਸਿਧਾਂਤਾਂ ਵਿੱਚ ਵਿਸ਼ਵਾਸ ਇਹ ਸੀਗਾ ਕਿ ਉਹ ਰੱਖਦੇ ਸੀਗੇ। ਉਹਨਾਂ ਦਾ ਇਹ ਦ੍ਰਿੜ ਵਿਸ਼ਵਾਸ ਸੀਗਾ ਕਿ ਮਨੁੱਖ ਆਪਣੇ ਕਰਮਾਂ ਅਨੁਸਾਰ ਹੀ ਵਾਰ-ਵਾਰ ਜੰਮਦਾ ਅਤੇ ਮਰਦਾ ਹੈ। ਭਰਾਤਰੀ ਭਾਵ ਵਿੱਚ ਵਿਸ਼ਵਾਸ ਸੀਗਾ ਜੀ ਉਹਨਾਂ ਦਾ। ਭਾਈਚਾਰਾ ਉਹਨਾਂ ਦਾ ਕਹਿਣਾ ਸੀ ਕਿ ਸੰਸਾਰ ਦੇ ਸਾਰੇ ਮਨੁੱਖ ਭਰਾ ਭਰਾ ਹਨ, ਸਾਨੂੰ ਇੱਕ ਦੂਜੇ ਨਾਲ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ। ਸਦਾਚਾਰ ਉੱਤੇ ਜ਼ੋਰ, ਪ੍ਰਭੂ ਭਗਤੀ ਨਾਲ ਦੇ ਨਾਲ ਨਾਲ ਸਦਾਚਾਰ ਦੇ ਨਿਯਮਾਂ ਉੱਤੇ ਵੀ ਗੁਰੂ ਜੀ ਜ਼ੋਰ ਦਿੰਦੇ ਸੀ। ਉਹ ਆਪਣੇ ਸ਼ਰਧਾਲੂਆਂ ਨੂੰ ਪਵਿੱਤਰ ਜੀਵਨ ਬਤੀਤ ਕਰਨ, ਸੱਚ ਬੋਲਣ, ਚੋਰੀ ਨਾ ਕਰਨ, ਇਮਾਨਦਾਰੀ ਨਾਲ ਰੋਟੀ ਕਮਾਉਣ, ਕਦੇ ਕਿਸੇ ਦਾ ਦਿਲ ਨਾ ਦੁਖਾਉਣ ਅਤੇ ਲੋੜਵੰਦ ਦੀ ਸਹਾਇਤਾ ਕਰਨ ਦਾ ਲਈ ਕਹਿੰਦੇ ਸੀਗੇ। ਸੱਚਖੰਡ ਦੀ ਪ੍ਰਾਪਤੀ ਵਿੱਚ ਵੀ ਵਿਸ਼ਵਾਸ ਰੱਖਦੇ ਸੀ। ਉਹਨਾਂ ਅਨੁਸਾਰ ਸੱਚਖੰਡ ਉਹ ਮਾਨਸਿਕ ਅਵਸਥਾ ਨੂੰ ਆਖਦੇ ਨੇ ਜਿਸ ਵਿੱਚ ਸੁੱਖ ਅਤੇ ਦੁੱਖ ਦਾ, ਪੁਰਸ਼ ਅਤੇ ਇਸਤਰੀ ਦਾ, ਆਸ਼ਾ ਅਤੇ ਨਿਰਾਸ਼ਾ ਦਾ, ਹੱਸਣ ਰੋਣ ਦਾ, ਉੱਚੇ ਅਤੇ ਨੀਵੇਂ ਦਾ ਭੇਦ ਹੈ ਜਿਹੜਾ ਮਿਟ ਜਾਂਦਾ। ਤਪੱਸਿਆ ਵਿੱਚ ਵਿਸ਼ਵਾਸ, ਸੰਸਾਰ ਨੂੰ ਛੱਡ ਕੇ ਉਹ ਜੰਗਲਾਂ ਅਤੇ ਪਹਾੜੀ ਗੁਫਾਵਾਂ ਵਿੱਚ ਜਾ ਕੇ ਤਪੱਸਿਆ ਕਰਨ ਦੇ ਪੱਖ ਵਿੱਚ ਨਹੀਂ ਸੀਗੇ। ਉਹ ਕਹਿੰਦੇ ਸੀ ਕਿ ਮਨੁੱਖ ਨੂੰ ਲੋਕਾਂ ਕੋਲ ਰਹਿ ਕੇ ਮੋਹ ਮਾਇਆ ਨੂੰ ਤਿਆਗ ਕਰਕੇ, ਹਉਮੈ ਨੂੰ ਤਿਆਗ ਕਰਕੇ ਰਹਿਣਾ ਚਾਹੀਦਾ ਹੈ।
ਜਾਤ ਪਾਤ ਦਾ ਖੰਡਨ, ਗੁਰੂ ਜੀ ਜਾਤ ਪਾਤ ਦੇ ਵਿੱਚ ਵੀ ਵਿਸ਼ਵਾਸ ਨਹੀਂ ਸੀ ਰੱਖਦੇ। ਉਹ ਕਹਿੰਦੇ ਸੀ ਕਿ ਸਭ ਲੋਕ ਨੇ ਜਿਹੜੇ ਉਹ ਪਰਮਾਤਮਾ ਦੇ ਹੀ ਬਣਾਏ ਹੋਏ ਨੇ ਅਤੇ ਪਰਮਾਤਮਾ ਉਹਨਾਂ ਦੇ ਵਿੱਚ ਸਰਵ ਵਿਆਪਕ ਹੈ। ਖੋਖਲੇ ਰੀਤੀ ਰਿਵਾਜਾਂ ਦਾ ਖੰਡਨ, ਗੁਰੂ ਜੀ ਨੇ ਸਮਾਜ ਵਿੱਚ ਪ੍ਰਚਲਿਤ ਖੋਖਲੇ ਰੀਤੀ ਰਿਵਾਜਾਂ ਦਾ ਵੀ ਸਖਤ ਨਿੰਦਿਆ ਕੀਤੀ। ਮੂਰਤੀ ਪੂਜਾ ਦੇ ਕਰੜੇ ਸ਼ਬਦਾਂ ਨਾਲ ਉਹਨਾਂ ਨੇ ਵਿਰੋਧ ਕੀਤਾ। ਪਰਮਾਤਮਾ ਦੀਆਂ ਮੂਰਤੀ ਬਣਾ ਕੇ ਉਹਨਾਂ ਦੀ ਪੂਜਾ ਕਰਨੀ ਉਹ ਕਹਿੰਦੇ ਸੀ ਕਿ ਵਿਅਰਥ ਹੈ। ਉਹਨਾਂ ਦੇ ਯੱਗ ਅਤੇ ਬਲੀ ਦੇਣ ਨੂੰ ਵੀ ਜਿਹੜਾ ਸੀਗਾ ਵਿਅਰਥ ਦੱਸਿਆ। ਉਹਨਾਂ ਨੇ ਤੀਰਥ ਯਾਤਰਾ, ਵਰਤ, ਜੰਗਲ ਵਿੱਚ ਜਾ ਕੇ ਤਪ ਕਰਨ, ਸੂਰਜ ਨੂੰ ਪਾਣੀ ਦੇਣਾ ਆਦਿ ਇਹਨਾਂ ਚੀਜ਼ਾਂ ਦਾ ਵੀ ਖੰਡਨ ਕੀਤਾ। ਉਹਨਾਂ ਦੇ ਮਤ ਅਨੁਸਾਰ ਸਭਨਾਂ ਪਖੰਡਾਂ ਨੂੰ ਛੱਡ ਕੇ ਸਤ, ਸੰਤੋਖ ਅਤੇ ਖੀਮਾ ਆਦਿ ਸਦਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ। ਤਾਂ ਇਹ ਸੀਗਾ ਜੀ ਗੁਰੂ ਜੀ ਦਾ ਜਿਹੜੀਆਂ ਸਿੱਖਿਆਵਾਂ ਅਤੇ ਗੁਰੂ ਜੀ ਦੇ ਜੀਵਨ ਬਾਰੇ ਜਾਣਕਾਰੀ। ਇੱਥੇ ਤੁਹਾਡਾ ਚੈਪਟਰ ਜਿਹੜਾ 3rd ਹੈ ਇਹ ਖਤਮ ਹੁੰਦਾ ਜੀ। ਅਤੇ ਇਹਨਾਂ ਦੇ ਵਿੱਚ ਤੁਸੀਂ ਹੋਮਵਰਕ ਦੇ ਵਿੱਚ ਆ ਜਾਂਦਾ ਗੁਰੂ ਜੀ ਦੀ ਜਨਮ ਮਿਤੀ ਬਾਰੇ ਕੀ ਮਤਭੇਦ ਸੀਗੇ। ਉਹ ਇਹ ਸੀਗੇ ਵੀ ਕੋਈ ਪੂਰਨਮਾਸ਼ੀ ਨੂੰ ਕਹਿੰਦਾ ਜੀ, ਤਾਂ ਉਹ ਤੁਸੀਂ ਦੱਸਣਾ। ਕਿਸ ਘਟਨਾ ਨੂੰ ਸੱਚਾ ਸੌਦਾ ਦਾ ਨਾਂ ਦਿੱਤਾ ਗਿਆ। ਗੁਰੂ ਜੀ ਦੀ ਸੁਪਤਨੀ ਕਿੱਥੋਂ ਦੀ ਰਹਿਣ ਵਾਲੀ ਸੀ, ਉਹਨਾਂ ਦੇ ਪੁੱਤਰਾਂ ਦਾ ਨਾਮ ਦੱਸਣਾ ਤੁਸੀਂ। ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕਿਹੜੇ ਸ਼ਬਦ ਕਹੇ ਸੀਗੇ ਅਤੇ ਇਹਨਾਂ ਦਾ ਭਾਵ ਕੀ ਸੀ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਕਿਸ ਕੋਲ ਕੰਮ ਕੀਤਾ ਅਤੇ ਕੀ ਕੰਮ ਕੀਤਾ। ਉਹਨਾਂ ਦੀਆਂ 4 ਬਾਣੀਆਂ ਦੇ ਨਾਮ ਦੱਸਣੇ ਨੇ। ਕੁਰੂਕਸ਼ੇਤਰ ਵਿੱਚ ਕੀ ਵਿਚਾਰ ਦਿੱਤੇ। ਗੁਰੂ ਜੀ ਨੇ ਬਨਾਰਸ ਦੀ ਯਾਤਰਾ ਬਾਰੇ ਲਿਖਣਾ ਹੈ। ਗੋਰਖ ਮੱਥਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਅਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ। ਉਹਨਾਂ ਨੇ ਸਭ ਨੂੰ ਇਹੀ ਉਪਦੇਸ਼ ਦਿੱਤਾ ਸੀਗਾ ਕਿ ਰਲ ਮਿਲ ਕੇ ਰਹੋ, ਭਾਈਚਾਰਕ ਸਾਂਝ ਜ਼ਰੂਰੀ ਹੈ, ਪਰਮਾਤਮਾ ਇੱਕ ਹੈ ਜੀ, ਅਤੇ ਕਦੇ ਵੀ ਕਿਸੇ ਦਾ ਬੁਰਾ ਨਾ ਕਰੋ। ਪਰਮਾਤਮਾ ਕਿਹੋ ਜਿਹਾ ਸੀ, ਗੁਰੂ ਨਾਨਕ ਦੇਵ ਜੀ ਦਾ ਪਰਮਾਤਮਾ ਹੈ ਜਿਹੜਾ ਉਹ ਕਿਹੋ ਜਿਹਾ ਸੀ ਉਹ ਦੱਸਣਾ। ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸੀਗੇ। ਸੱਚੇ ਸੌਦੇ ਤੋਂ ਕੀ ਭਾਵ ਹੈ। ਇੱਥੇ ਤੁਹਾਡਾ ਜਿਹੜਾ ਚੈਪਟਰ ਹੈ ਜੀ ਇਹ ਖਤਮ ਹੁੰਦਾ, ਚੈਪਟਰ ਨੰਬਰ 3।